ਮੋਢੀਆਂ ਨੂੰ ਇੱਥੇ ਪਤਾ ਹੈ ਹਮੇਸ਼ਾ ਕਿ ਐਜੂਕੇਸ਼ਨ ਇੱਕ ਐਸੀ ਚੀਜ਼ ਹੈ ਜਿਹੜੀ ਆਪਾਂ ਜਿਹੜੇ ਬੱਚੇ ਨੂੰ ਅੱਜ ਦੇਵਾਂਗੇ ਤਾਂ ਉਹਨੂੰ 15 ਸਾਲ ਬਾਅਦ ਉਹਦੀ ਜ਼ਰੂਰਤ ਪਏਗੀ। ਉਹ ਜਿਹੜੇ 15 ਸਾਲ ਅੱਗੇ ਦੇਖਣਾ ਤੇ ਉਸ ਚੀਜ਼ ਨੂੰ ਅੱਜ ਬੱਚੇ ਨੂੰ ਦੇਣਾ, ਦੈਟ ਇਜ਼ ਵਾਟ ਵਿਜ਼ਨ ਇਜ਼ ਆਲ। ਬਿਲਕੁਲ ਹਮੇਸ਼ਾ ਹੀ ਬੱਚਿਆਂ ਨੂੰ ਉਸ ਲੈਵਲ ਤੇ ਬੱਚਿਆਂ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਜਿਹੜਾ ਬੱਚਿਆਂ ਨੂੰ 15 ਸਾਲ ਬਾਅਦ ਹੀ ਪਏਗੀ। ਸੰਸਥਾ ਦਾ ਸਿਰਫ ਇੱਕੋ ਹੀ ਮਕਸਦ ਸੀ, ਉਹ ਹੈ ਕੁਆਲਿਟੀ ਐਜੂਕੇਸ਼ਨ। ਬਟ ਕਈ ਵਾਰ ਕੁਆਲਿਟੀ ਐਜੂਕੇਸ਼ਨ ਕਹਿ ਦੇਣਾ ਆਸਾਨ ਹੈ, ਉਹਨੂੰ ਕਰਨਾ ਬੜਾ ਔਖਾ ਲੱਗਦਾ ਹੈ। ਪੜ੍ਹਾਈ ਦਾ ਮਤਲਬ ਰੱਟਾ ਨਹੀਂ, ਪੜ੍ਹਾਈ ਦਾ ਮਤਲਬ ਯਾਦ ਕਰਨਾ ਨਹੀਂ, ਪੜ੍ਹਾਈ ਦਾ ਮਤਲਬ ਚੀਜ਼ਾਂ ਆਣਾ, ਸਮਝਣਾ, ਸਿੱਖਣਾ ਕਿ ਬੱਚਾ ਕਾਮਯਾਬ ਹੋਏ, ਬੱਚਾ ਆਪਣੇ ਲਈ ਖੁਦ ਲਈ ਕੁਝ ਕਰੇ, ਪਰ ਬੱਚਾ ਲੋਕਾਂ ਲਈ ਵੀ ਕਰੇ, ਬੱਚਾ ਸਮਾਜ ਲਈ ਵੀ ਕਰੇ। ਮੈਮ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ 10ਵੀਂ YS ਸਕੂਲ ਤੋਂ ਹੀ ਕੀਤੀ। ਮੈਂ ਖੁਦ ਸਟੂਡੈਂਟ ਰਿਹਾ YS ਸਕੂਲ ਦਾ। ਮੈਨੂੰ ਐਂ ਲੱਗਿਆ ਕਿ ਜਦੋਂ ਮੈਨੂੰ ਸੰਸਥਾ ਨੇ ਵਾਪਸ ਬੁਲਾਇਆ, ਜਦੋਂ ਮੈਨੂੰ ਮੇਰੇ ਪਰਿਵਾਰ ਨੇ ਵਾਪਸ ਬੁਲਾਇਆ, ਜਦੋਂ ਮੈਨੂੰ ਮੇਰੇ ਪਰਿਵਾਰ ਨੂੰ ਮੇਰੀ ਲੋੜ ਸੀ, ਤਾਂ ਮੈਨੂੰ ਲੱਗਿਆ ਆਹ ਟਾਈਮ ਹੈ ਕਿ ਮੈਂ ਆਪਣੀ ਨੌਕਰੀ ਛੱਡਾਂ ਤੇ ਮੈਂ ਆਪਣੇ ਪਰਿਵਾਰ ਕੋਲ ਜਾਵਾਂ। ਕਿ ਵੈਲਿਊਜ਼ ਉਹ ਨਹੀਂ, ਐਜੂਕੇਸ਼ਨ ਉਹ ਨਹੀਂ ਕਿ ਤੁਸੀਂ ਆਪਣੇ ਪੇਰੈਂਟਸ ਨੂੰ ਕਹੋ ਕਿ ਉਹ ਛੱਡ ਕੇ ਤੁਹਾਡੇ ਘਰ ਆ ਜਾਣ। ਵੈਲਿਊਜ਼ ਉਹ ਹੈ ਕਿ ਤੁਸੀਂ ਸ਼ਾਇਦ ਉਹਨਾਂ ਲਈ ਸੈਕਰੀਫਾਈਸ ਕਰੋ। ਅਲਟੀਮੇਟਲੀ ਤਾਂ ਆਪਾਂ ਤਾਂ ਇੱਕ ਜ਼ਰੀਆ ਹਾਂ ਕਿ ਉਹਨਾਂ ਦਾ ਜਿਹੜਾ ਕੰਟਰੀਬਿਊਸ਼ਨ ਹੈ, ਲੋਕਾਂ ਦੀ ਕੰਟਰੀਬਿਊਸ਼ਨ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ। ਤੇ ਮੈਂ ਸਮਝਦਾ ਸਭ ਤੋਂ ਵਧੀਆ ਜਿਹੜੀ ਗੱਲ ਹੈ, ਇਹ ਸੰਸਥਾ 'ਚੋਂ ਜ਼ਿਆਦਾਤਰ ਜਿਹੜੇ ਬੱਚੇ ਗਏ ਹੈ ਉਹ ਇੱਕ ਕਾਬਿਲ ਇਨਸਾਨ ਬਣੇ। ਮੈਨੂੰ ਲੱਗਦਾ ਕਿ ਮੁਸ਼ਕਿਲਾਂ ਉਦੋਂ ਆਸਾਨ ਹੋ ਜਾਂਦੀਆਂ ਨੇ ਜਦੋਂ ਲੋਕ ਤੁਹਾਨੂੰ ਸਾਥ ਦਿੰਦੇ। ਮੈਨੂੰ ਲੱਗਦਾ ਹੈ ਕਿ ਆਹੀ ਤਾਂ ਅਸੀਂ ਬੱਚਿਆਂ ਨੂੰ ਸਿਖਾਉਂਦੇ ਹਾਂ ਕਿ ਮੁਸ਼ਕਿਲਾਂ ਆਉਣਗੀਆਂ ਤੇ ਮੁਸ਼ਕਿਲਾਂ ਨੂੰ ਪਾਰ ਕਿਵੇਂ ਕਰਨਾ ਹੈ। ਪਰਪਸ ਹੈ ਕਿ ਤੁਸੀਂ ਲਗਾਤਾਰ ਚੱਲਦੇ ਰਹੋ। ਜੀ ਇੱਕ ਚਾਈਨੀਜ਼ 'ਚ ਕਹਾਵਤ ਹੈ, ਜਰਨੀ ਆਫ 1000 ਮਾਈਲਸ ਸਟਾਰਟ ਵਿਦ ਅ ਸਿੰਗਲ ਸਟੈਪ। ਬਿਲਕੁਲ ਕਿ ਇੱਕ ਇੱਕ ਪੈਰ ਅੱਗੇ ਅੱਗੇ ਵਧਾਉਂਦੇ ਰਹੋ, ਅਲਟੀਮੇਟਲੀ ਤੁਸੀਂ 1000 ਮੀਲ ਜਿਹੜਾ ਹੈ ਕਵਰ ਕਰ ਲਓ। ਤੇ ਉਹ ਕਹਿੰਦੇ ਆ ਨਾ ਕਿ ਤੇਰਾ ਭਾਣਾ ਮਿੱਠਾ ਲੱਗੇ, ਤਾਂ ਅਸੀਂ ਸਮਝਦੇ ਹਾਂ ਕਿ ਜੋ ਵੀ ਰੱਬ ਨੇ ਦਿੱਤਾ, ਚਾਹੇ ਔਕੜਾਂ ਨੇ, ਚਾਹੇ ਸੁੱਖ ਹੈ, ਚਾਹੇ ਦੁੱਖ ਹੈ, ਸਭ ਕੁਝ ਉਹਦਾ ਭਾਣਾ ਹੈ ਤੇ ਜਿਹੜਾ ਉਹ ਦੇਈ ਜਾਂਦਾ ਹੈ ਦੈਟ ਇਜ਼ ਐਕਸੈਪਟੇਬਲ। ਜੀ ਕਿ ਅਕਬਰ ਦੇ ਦਰਬਾਰ 'ਚ 9 ਰਤਨ ਸੀ, ਅਸੀਂ ਕਹਿੰਦੇ ਸਾਡੇ ਕੋਲ 250 ਰਤਨ। ਚਲੋ ਜਿਹੜਾ ਆਪਣਾ ਕੰਮ ਕਰਦਾ ਰਹੇ ਦਿਲ ਨਾਲ, 100% ਪੈਸ਼ਨ ਨਾਲ, ਉਹ ਸਫਲ। ਕੁਝ ਵੀ ਕਹਿੰਦੇ ਆ ਨਾ ਕਿ ਅਰਜੁਨ ਤਾਂ ਬਣਿਆ ਕਿਉਂਕਿ ਦਰੋਣਾਚਾਰਿਆ ਸੀ। ਜੇ ਦਰੋਣਾਚਾਰਿਆ ਨਾ ਹੁੰਦੇ ਤਾਂ ਅਰਜੁਨ ਨਾ ਹੁੰਦਾ। ਮੇਰੇ ਖਿਆਲ 'ਚ ਤਾਂ ਜਾਂ ਤਾਂ ਡਰ ਹੋਊਗਾ ਜਾਂ ਸਕਸੈਸ ਹੋਊਗੀ, ਦੋਨਾਂ 'ਚੋਂ ਇੱਕ ਚੀਜ਼ ਚੁਣਨੀ ਪਏਗੀ। ਤੇ ਜਿੱਥੇ ਡਰ ਖਤਮ ਉੱਥੇ ਸਕਸੈਸ ਆਪਣੇ ਆਪ ਆ ਜਾਏ। ਕਿਉਂਕਿ ਆਹ ਸਾਰੇ ਕੋਰਸਿਸ ਦੀ ਲੋੜ ਹੈ ਤਾਂ ਕਿ ਬੱਚੇ ਜਿਹੜੇ ਹੈ ਉਹ 2 ਕਦਮ ਅੱਗੇ ਰਹਿਣ। ਤੇ ਜੇ ਮੇਰੇ ਬੱਚੇ 2 ਕਦਮ ਅੱਗੇ ਨੇ ਤਾਂ YS ਆਪਣੇ ਆਪ ਹੀ 2 ਕਦਮ ਅੱਗੇ। ਮੈਂ ਟੀਚਰਸ ਨੂੰ ਵੀ ਕਹਿਣਾ ਚਾਹਾਂਗਾ ਕਿ ਦਰੋਣਾਚਾਰਿਆ ਦੀ ਵੈਲਿਊ ਵੀ ਤਾਂ ਹੈ ਕਿਉਂਕਿ ਉਹਨਾਂ ਨੇ ਅਰਜੁਨ ਬਣਾਇਆ। ਜੇ ਅਰਜੁਨ ਖਤਮ ਕਰ ਦਈਏ ਤਾਂ ਮਹਾਭਾਰਤ 'ਚ ਦਰੋਣਾਚਾਰਿਆ ਵੀ ਸ਼ਾਇਦ ਉਹਨਾਂ ਨੂੰ ਕੋਈ ਪੁੱਛੇਗਾ ਨਹੀਂ, ਉਹਨਾਂ ਦੀ ਕੋਈ ਵੈਲਿਊ ਨਹੀਂ ਹੋਏਗੀ। ਤੇ ਮੇਰੇ ਖਿਆਲ 'ਚ ਦੀਆਂ ਦੋਨੇ ਚੀਜ਼ਾਂ ਨੇ, ਤਾਂ ਬੱਚਿਆਂ ਦੀ ਵੀ ਸਕਸੈਸ ਹੈ ਤੇ ਟੀਚਰ ਦੀ ਵੀ ਸਕਸੈਸ। ਤਾਂ ਇੱਕ ਸਫਲ ਇਨਸਾਨ ਦੀ ਸਫਲਤਾ ਤਾਂ ਹਰ ਕੋਈ ਵੇਖ ਲੈਂਦਾ ਹੈ, ਇੱਕ ਸਫਲ ਇਨਸਾਨ ਨੂੰ ਸਲਾਮ ਵੀ ਹਰ ਕੋਈ ਕਰ ਦਿੰਦਾ ਹੈ, ਪਰ ਉਸ ਸਫਲਤਾ ਪਿੱਛੇ ਕਿੰਨੀਆਂ ਮੁਸ਼ਕਿਲਾਂ ਤੇ ਕਿੰਨੀਆਂ ਔਂਕੜਾਂ ਦਾ ਸਾਹਮਣਾ ਕਰਨਾ ਪਿਆ ਉਹ ਲੋਕ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਨ। ਸਫਲਤਾ ਦੀ ਪੌੜੀ ਚੜ੍ਹਦੇ ਕਿੰਨੀਆਂ ਔਂਕੜਾਂ ਚੱਲਣੀਆਂ ਪਈਆਂ ਉਹ ਵੀ ਲੋਕ ਨਜ਼ਰਅੰਦਾਜ਼ ਕਰ ਦਿੰਦੇ ਹਨ। ਕਹਿੰਦੇ ਆ ਕਿ ਸੂਰਜ ਜਦੋਂ ਚੜ੍ਹਦਾ ਹੈ ਤਾਂ ਚੜ੍ਹਦੇ ਸੂਰਜ ਨੂੰ ਹਰ ਕੋਈ ਸਲਾਮ ਕਰਦਾ ਹੈ ਤੇ ਉਸਦੀ ਤਾਰੀਫ ਕਰਦਾ ਹੈ, ਬਸ ਉਸ ਸੂਰਜ ਨੂੰ ਚੜ੍ਹਦਾ ਵੇਖਣ ਤੋਂ ਬਾਅਦ ਛਿਪਦੇ ਸੂਰਜ ਵੱਲ ਕੋਈ ਧਿਆਨ ਵੀ ਨਹੀਂ ਦਿੰਦਾ ਹੈ। ਤਾਂ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਤੇ ਤੁਹਾਡੇ ਨਾਲ ਮਿਲਵਾਉਣ ਜਾ ਰਹੇ ਹਾਂ ਬਰਨਾਲਾ ਦੀ ਅਜਿਹੀ ਸ਼ਖਸੀਅਤ ਤੇ ਉਸ ਗਰੁੱਪ ਬਾਰੇ ਜਿਸ ਨੇ ਪੜ੍ਹਾਈ ਦੇ ਤੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਨਾਮ ਨਾ ਖੱਟ ਕੇ ਇੱਕ ਨਾਮ ਬਣਾਇਆ ਹੈ, ਜਿਸ ਨੇ ਇਕੱਲੇ ਕਮਰੇ ਤੋਂ ਤੇ ਇਕੱਲੇ ਹੀ ਇਸ ਕਾਰਵਾਂ ਨੂੰ ਸ਼ੁਰੂ ਕੀਤਾ ਸੀ ਤੇ ਅੱਜ ਉਹ ਇਕੱਲੇ ਕਮਰਾ ਅੱਜ 4 ਕੈਂਪਸਾਂ ਵਿੱਚ ਤਬਦੀਲ ਹੋ ਚੁੱਕਾ ਹੈ ਤੇ 4 ਕੈਂਪਸਾਂ ਵਿੱਚ ਤਬਦੀਲ ਹੋ ਕੇ 3500 ਬੱਚਿਆਂ ਤੇ ਉਹਨਾਂ ਦੇ ਘਰਦਿਆਂ ਤੇ ਪਰਿਵਾਰ ਦਾ ਫੇਥ ਤੇ ਆਪਣੇ ਫੈਕਲਟੀ ਮੈਂਬਰਸ ਦੇ ਨਾਲ ਇਸ ਗਰੁੱਪ ਨੂੰ ਚਲਾ ਰਿਹਾ ਹੈ। MBA ਤੇ IIT ਤੇ BTech ਉਹਨਾਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ। ਉਹਨਾਂ ਤੋਂ ਜਾਣਾਂਗੇ ਕਿ ਇਸ ਸਫਲ ਇਨਸਾਨ ਦੀ ਜਦੋਂ ਸਫਲ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਔਂਕੜਾਂ ਝੱਲਣੀਆਂ ਪੈਂਦੀਆਂ, ਜਾਂ ਲੋਕ ਅਕਸਰ ਕਹਿੰਦੇ ਹਨ ਕਿ ਸਫਲਤਾ ਦੇ ਬਾਅਦ ਜ਼ਿੰਦਗੀ ਆਸਾਨ ਹੋ ਜਾਂਦੀ ਹੈ, ਕਿ ਅਸਲ ਵਿੱਚ ਅਜਿਹਾ ਹੈ ਜਾਂ ਫਿਰ ਔਂਕੜਾਂ ਨੂੰ ਨਾਲ ਦੇ ਨਾਲ ਚੱਲਣਾ ਪੈਂਦਾ ਹੈ। ਬਣੇ ਰਹੋ BVN ਨੈਟਵਰਕ ਪੰਜਾਬ ਚੈਨਲ ਨਾਲ। BVN ਨੈਟਵਰਕ ਪੰਜਾਬ ਹਮੇਸ਼ਾ ਤੁਹਾਡੇ ਤੱਕ ਇੱਕ ਨੌਲੇਜੇਬਲ, ਇੰਸਪਾਇਰੇਬਲ ਤੇ ਮੋਟੀਵੇਸ਼ਨਲ ਵੀਡੀਓਜ਼ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਤੁਸੀਂ ਉਸ ਨੂੰ ਵੇਖ ਕੇ ਇੱਕ ਚੰਗਾ ਤੇ ਇੱਕ ਪੋਜ਼ਿਟਿਵ ਵਿਜ਼ਨ ਆਪਣੇ ਅੰਦਰ ਲਿਆ ਸਕੋ। ਤਾਂ ਆਓ ਚੱਲਦੇ ਹਾਂ ਮਿਸਟਰ ਵਰੁਣ ਭਾਰਤੀ ਜੀ ਦੇ ਨਾਲ ਗੱਲਬਾਤ ਕਰਨ। ਤਾਂ ਅੱਜ ਅਸੀਂ ਗੱਲਬਾਤ ਕਰਨੀ ਹਾਂ ਬਰਨਾਲਾ ਦੀ ਅਜਿਹੀ ਸ਼ਖਸੀਅਤ ਦੀ
ਜਿਨ੍ਹਾਂ ਨੇ ਪੜ੍ਹਾਈ ਦੇ ਖੇਤਰ ਵਿੱਚ ਆਪਣਾ ਨਾਮਣਾ ਖੱਟਿਆ ਹੈ ਤੇ ਪੜ੍ਹਾਈ ਦੇ ਮਿਆਰ ਨੂੰ ਹੋਰ ਵੀ ਉੱਚਾ ਚੱਕਿਆ ਹੈ। ਤਾਂ ਅੱਜ ਸਾਡੇ ਨਾਲ ਨੇ ਵਾਈਐਸ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਵਰੁਣ ਭਾਰਤੀ, ਬੀਟੈਕ MBA IIT ਫਰੋਮ ਦਿੱਲੀ। ਸਰ ਸਤਿ ਸ਼੍ਰੀ ਅਕਾਲ। BBA ਨੈਟਵਰਕ ਪੰਜਾਬ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਐਂਕਰ ਫਿਰਦੌਸ ਯਾਸਮੀਨ। ਸਾਡੇ ਕੁਝ ਸਵਾਲ ਹੋਣਗੇ ਤੁਹਾਡੇ ਤੋਂ ਸਰ। ਤਾਂ ਜਿੱਦਾਂ ਕਿ ਸਰ ਇੱਕ ਚੜ੍ਹਦੇ ਸੂਰਜ ਨੂੰ ਵੇਖ ਕੇ ਹਰ ਕੋਈ ਉਸ ਦੀ ਤਾਰੀਫ ਕਰਦਾ ਹੈ, ਪਰ ਉਸ ਪਿੱਛੇ ਉਸ ਦੇ ਤਾਪ ਨੂੰ ਕਿਤੇ ਨਾ ਕਿਤੇ ਲੋਕ ਭੁੱਲ ਜਾਂਦੇ ਨੇ। ਤਾਂ ਸਰ ਜਦੋਂ ਤੁਸੀਂ ਵਾਈਐਸ ਸਕੂਲ ਸਟਾਰਟ ਕੀਤਾ ਸੀ ਤਾਂ ਉਹ ਕਦੋਂ ਸਟਾਰਟ ਕੀਤਾ ਸੀ ਤੇ ਕੀ ਡੇਟ ਸੀ ਤੇ ਕੀ ਸ਼ੁਰੂਆਤ ਸੀ ਉਸ ਦੀ? ਮੈਮ ਵਾਈਐਸ ਸਕੂਲ 1975 ਚ ਪਹੁੰਚਾ ਹੈ ਜੀ ਤੇ ਤਕਰੀਬਨ 50 ਵਰੇ ਹੋ ਗਏ ਵਾਈਐਸ ਸੰਸਥਾ ਨੂੰ। ਵਾਈਐਸ ਸੰਸਥਾ ਦੀ ਸ਼ੁਰੂਆਤ ਮੈਮ ਸ਼ਾਂਤਾ ਕੁਮਾਰ ਨੇ ਕੀਤੀ ਜੀ ਤੇ ਉਸ ਤੋਂ ਬਾਅਦ ਮੈਂ ਸਮਝਦਾ ਕਿ ਲੋਕ ਜੁੜਦੇ ਰਹੇ ਤੇ ਕਾਫਿਲਾ ਬਣਦਾ ਰਿਹਾ ਤੇ ਬਿਲਕੁਲ। ਅੱਗੇ ਚੱਲਦੇ ਰਹੇ। ਬਿਲਕੁਲ ਵਾਈਐਸ ਸੰਸਥਾ ਦੀ ਜੇ ਮੈਂ ਕਹਾਂ ਕਿ ਅੰਨੇ ਸਾਲ ਕਿਵੇਂ ਵਾਈਐਸ ਸੰਸਥਾ ਲਗਾਤਾਰ ਆਪਣਾ ਜਿਹੜਾ ਇੱਥੇ ਇਸ ਇਲਾਕੇ 'ਚ ਆਪਣਾ ਦਬਦਬਾ ਉਹਨੇ ਬਣਾਇਆ ਹੋਇਆ ਹੈ, ਮੈਨੂੰ ਲੱਗਦਾ ਇੱਕ ਚੀਜ਼ ਜਿਹੜੀ ਹੈ ਉਹ ਹੈ ਵਿਜ਼ਨ ਆਫ ਦਾ ਪੀਪਲ। ਬਿਲਕੁਲ ਜਿਹੜੇ ਲੋਕਾਂ ਨੇ ਲੀਡ ਕੀਤਾ ਵਾਈਐਸ ਸੰਸਥਾ ਨੂੰ, ਉਹ ਹਮੇਸ਼ਾ ਜਿਹੜੇ ਮੋਢੀ ਰਹੇ ਹੈ ਉਹ ਹਮੇਸ਼ਾ ਹੀ ਵਿਜ਼ਨਰੀ ਰਹੇ ਹੈ। ਬਿਲਕੁਲ ਕਿਉਂਕਿ ਮੋਢੀਆਂ ਨੂੰ ਇੱਥੇ ਪਤਾ ਹੈ ਹਮੇਸ਼ਾ ਕਿ ਐਜੂਕੇਸ਼ਨ ਇੱਕ ਐਸੀ ਚੀਜ਼ ਹੈ ਜਿਹੜੀ ਆਪਾਂ ਜਿਹੜੇ ਬੱਚੇ ਨੂੰ ਅੱਜ ਦੇਵਾਂਗੇ ਤਾਂ ਉਹਨੂੰ 15 ਸਾਲ ਬਾਅਦ ਉਹਦੀ ਜ਼ਰੂਰਤ ਪਏਗੀ। ਉਹ ਜਿਹੜੇ 15 ਸਾਲ ਅੱਗੇ ਦੇਖਣਾ ਤੇ ਉਸ ਚੀਜ਼ ਨੂੰ ਅੱਜ ਬੱਚੇ ਨੂੰ ਦੇਣਾ, ਦੈਟ ਇਜ਼ ਵਾਟ ਵਿਜ਼ਨ ਇਜ਼ ਆਲ। ਬਿਲਕੁਲ ਤੇ ਵਾਈਐਸ ਸੰਸਥਾ 'ਚ ਲਗਾਤਾਰ, ਚਾਹੇ ਮੈਂ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਕਰਾਂ, 40 ਸਾਲ ਪਹਿਲਾਂ ਦੀ ਕਰਾਂ, ਅੱਜ ਦੀ ਗੱਲ ਕਰਾਂ, ਹਮੇਸ਼ਾ ਹੀ ਬੱਚਿਆਂ ਨੂੰ ਉਸ ਲੈਵਲ ਤੇ ਬੱਚਿਆਂ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਜਿਹੜਾ ਬੱਚਿਆਂ ਨੂੰ 15 ਸਾਲ ਬਾਅਦ ਹੀ ਲੋੜ ਪਏਗੀ। ਬਿਲਕੁਲ ਸਰ, ਮੇਰਾ ਅਗਲਾ ਸਵਾਲ ਇਹੀ ਸੀ ਕਿ ਮਤਲਬ ਤੁਸੀਂ ਦੱਸਿਆ ਵੀ ਵਾਈਐਸ ਸਾਲ ਨੂੰ 1975 ਵਿੱਚ ਸਟਾਰਟ ਕੀਤਾ ਗਿਆ ਸੀ, ਤਾਂ ਲਗਭਗ 50 ਸਾਲ ਤੋਂ ਵੱਧ ਹੋ ਚੁੱਕੇ ਨੇ, 50 ਸਾਲ ਹੋ ਚੁੱਕੇ ਨੇ ਵਾਈਐਸ ਸਕੂਲ ਨੂੰ, ਇਸ ਆਰਗੇਨਾਈਜੇਸ਼ਨ ਨੂੰ ਚੱਲਦੇ ਹੋਏ। ਤਾਂ ਸਰ ਇਸ ਵੇਲੇ ਜਦੋਂ ਇਹ ਆਰਗੇਨਾਈਜੇਸ਼ਨ ਚਲਾਈ ਸੀ ਤਾਂ ਵਿਜ਼ਨ ਤਾਂ ਹੀ ਲੋਕਾਂ ਦੀ ਗੱਲ ਹੋਈ, ਤਾਂ ਤੁਸੀਂ ਕੀ ਵਿਜ਼ਨ, ਮੈਮ ਕੀ ਵਿਜ਼ਨ ਲੈ ਕੇ ਚੱਲੇ ਸੀ ਤੇ ਕੀ ਸੋਚ ਸੀ ਤੇ ਕੀ ਮਕਸਦ ਸੀ ਇਸ ਨੂੰ ਸ਼ੁਰੂ ਕਰਨ ਪਿੱਛੇ? ਮੈਨੂੰ ਲੱਗਦਾ ਕਿ ਸੰਸਥਾ ਦਾ ਸਿਰਫ ਇੱਕੋ ਹੀ ਮਕਸਦ ਸੀ, ਉਹ ਹੈ ਕੁਆਲਿਟੀ ਐਜੂਕੇਸ਼ਨ। ਜੀ ਜੋ ਕਿ ਇਨ ਜਨਰਲ ਜਦੋਂ ਵੀ ਐਜੂਕੇਸ਼ਨ ਦੀ ਗੱਲ ਆਉਂਦੀ ਹੈ, ਜਦੋਂ ਵੀ ਸਿੱਖਿਆ ਦੀ ਗੱਲ ਆਉਂਦੀ ਹੈ, ਉਦੋਂ ਕੁਆਲਿਟੀ ਐਜੂਕੇਸ਼ਨ ਦੀ ਜੀ ਬਟ ਕਈ ਵਾਰ ਕੁਆਲਿਟੀ ਐਜੂਕੇਸ਼ਨ ਕਹਿ ਦੇਣਾ ਆਸਾਨ ਹੈ, ਉਹਨੂੰ ਕਰਨਾ ਬੜਾ ਔਖਾ ਕੰਮ ਹੈ। ਬਿਲਕੁਲ ਸਰ। ਕੁਆਲਿਟੀ ਐਜੂਕੇਸ਼ਨ ਦੀ ਜੇ ਮੈਂ ਗੱਲ ਕਰਾਂ, ਜਿਵੇਂ ਅਸੀਂ ਅੱਜ ਜਿਹੜੀ ਡੈਫੀਨੇਸ਼ਨ ਕੁਆਲਿਟੀ ਐਜੂਕੇਸ਼ਨ ਦੀ ਕਹਿੰਦੇ ਆ, ਅਸੀਂ ਕਹਿੰਦੇ ਹਾਂ ਕੁਆਲਿਟੀ ਐਜੂਕੇਸ਼ਨ ਦੇ 3 ਆयाम ਹੈ, 3 ਡਾਇਮੈਂਸ਼ਨ ਹੈ। ਹਾਂਜੀ ਕੁਆਲਿਟੀ ਐਜੂਕੇਸ਼ਨ ਦਾ ਮਤਲਬ ਹੈ ਪੜ੍ਹਾਈ, ਸਿੱਖਿਆ ਦਾ ਮਤਲਬ ਹੈ ਪੜ੍ਹਾਈ। ਬਿਲਕੁਲ ਪੜ੍ਹਾਈ ਦਾ ਮਤਲਬ ਹੈ ਕਿ ਬੱਚੇ ਨੂੰ ਜਿੰਨਾ ਜ਼ਿਆਦਾ ਵਧੀਆ ਤਰੀਕੇ ਨਾਲ ਆਏਗਾ, ਪੜ੍ਹਾਈ ਦਾ ਮਤਲਬ ਰੱਟਾ ਨਹੀਂ, ਪੜ੍ਹਾਈ ਦਾ ਮਤਲਬ ਯਾਦ ਕਰਨਾ ਨਹੀਂ, ਪੜ੍ਹਾਈ ਦਾ ਮਤਲਬ ਚੀਜ਼ਾਂ ਆਣਾ, ਸਮਝਣਾ, ਸਿੱਖਣਾ। ਜੀ ਜਿੰਨਾ ਬੱਚੇ ਨੂੰ ਵਧੀਆ ਆਏਗਾ ਉਨਾ ਹੀ ਬੱਚਾ ਜ਼ਿੰਦਗੀ 'ਚ ਅੱਗੇ ਜਾਏਗਾ, ਸਫਲ ਕਰੇਗਾ। ਬਿਲਕੁਲ ਸਰ। ਦੂਸਰਾ ਆयाम ਜਿਹੜੀ ਅਸੀਂ ਐਜੂਕੇਸ਼ਨ ਦਾ ਕਹਿੰਦੇ ਆ, ਉਹ ਹੈਗਾ ਸਕਿੱਲਸ। ਜਿੰਨਾ ਬੱਚੇ ਕੋਲ ਸਕਿੱਲ ਜ਼ਿਆਦਾ ਹੋਣਗੀਆਂ, ਜਿੰਨਾ ਬੱਚਾ ਕੌਨਫੀਡੈਂਟ ਹੋਊਗਾ, ਆਤਮ ਵਿਸ਼ਵਾਸ ਹੋ ਜਾਏਗਾ, ਜਿੰਨਾ ਬੱਚੇ 'ਚ ਕਮਿਊਨੀਕੇਸ਼ਨ ਸਕਿੱਲ ਜ਼ਿਆਦਾ ਵਧੀਆ ਹੋਣਗੀਆਂ, ਜਿੰਨਾ ਬੱਚੇ 'ਚ ਬਾਕੀ ਕੁਆਲਿਟੀਜ਼ ਜਿੰਨਾ ਅੱਛੀਆਂ ਹੋਣਗੀਆਂ, ਉਨਾ ਹੀ ਬੱਚਾ ਜ਼ਿਆਦਾ ਆਪਣੀ ਜ਼ਿੰਦਗੀ ਇੰਜੋਏ ਕਰ ਪਾਏਗਾ। ਬਿਲਕੁਲ ਸਰ। ਤੇ ਜਿਹੜੀ ਥਰਡ ਡਾਇਮੈਂਸ਼ਨ ਅਸੀਂ ਗੱਲ ਕਰਦੇ ਹਾਂ, ਆਖਰੀ ਡਾਇਮੈਂਸ਼ਨ ਜਿਹੜੀ ਗੱਲ ਕਰਦੇ ਹਾਂ, ਉਹ ਹੈ ਵੈਲਿਊਜ਼। ਕਿਉਂਕਿ ਬੱਚਾ ਕਾਮਯਾਬ ਹੋਏ, ਬੱਚਾ ਆਪਣੇ ਲਈ ਖੁਦ ਲਈ ਕੁਝ ਕਰੇ, ਪਰ ਬੱਚਾ ਲੋਕਾਂ ਲਈ ਵੀ ਕਰੇ, ਬੱਚਾ ਹਾਂਜੀ। ਸਮਾਜ ਲਈ ਵੀ ਕਰੇ। ਤਾਂ ਵੈਲਿਊਜ਼ ਜਿਹੜਾ ਹੈ, ਸਾਨੂੰ ਲੱਗਦਾ ਉਹ ਬਹੁਤ ਇੰਪੋਰਟੈਂਟ ਪਾਰਟ ਹੈ। ਤੇ ਸ਼ੁਰੂ ਤੋਂ ਲੈ ਕੇ ਹਲੇ ਤੱਕ ਇਨ ਦਿਸ ਲਾਸਟ 50 ਈਅਰ ਸਾਡੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਤਿੰਨੋਂ ਡਾਇਮੈਂਸ਼ਨਸ ਅਸੀਂ ਉਹਨਾਂ 'ਚ ਜਿਹੜਾ ਹੈ ਇਨਸਟਿਲ ਕਰੀਏ, ਉਹਨਾਂ 'ਚ ਪਾਈਏ। ਹਾਂਜੀ ਸਰ, ਥੈਂਕ ਯੂ। ਤੇ ਮਤਲਬ ਤੁਸੀਂ ਜਿੰਨਾ ਬੱਚਿਆਂ ਦੇ ਨਾਲ ਪ੍ਰੇਮ ਹੈ ਤੁਹਾਡਾ, ਜਿੰਨਾ ਬੱਚਿਆਂ ਦੇ ਨਾਲ ਲਗਾਵ ਹੈ, ਇਸ ਪਿੱਛੇ ਕੀ ਰਾਜ਼ ਹੈ ਸਰ? ਜਿੱਦਾਂ ਤੁਸੀਂ ਦੱਸਿਆ ਕਿ ਪ੍ਰੋਫੈਸਰ ਦਰਸ਼ਨ ਸਰ ਦੇ ਨਾਲ ਤੇ ਮੈਮ ਦੇ ਨਾਲ ਉਹਨਾਂ ਨੇ ਸ਼ੁਰੂ ਕੀਤੀ ਸੀ, ਇਹ ਸਕੂਲ ਦਾ ਕਾਰਵਾਂ ਸ਼ੁਰੂ ਕੀਤਾ ਸੀ, ਕਿ ਸਰ ਤੁਸੀਂ ਕਦੋਂ ਇਹਦੇ ਵਿੱਚ ਆਏ, ਮਤਲਬ ਇਹ ਕਦੋਂ ਸੋਚਿਆ ਵੀ ਮੈਂ ਵੀ ਇਸ ਦਾ ਪਾਰਟ ਬਣ ਜਾਵਾਂਗੇ, ਤੇ ਤੁਹਾਡਾ ਮਨ ਕਿਵੇਂ ਇਸ ਦੇ ਵਿੱਚ ਆਇਆ? ਮੈਮ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ 10ਵੀਂ ਵਾਈਐਸ ਸਕੂਲ ਤੋਂ ਹੀ ਕੀਤੀ। ਮੈਂ ਖੁਦ ਸਟੂਡੈਂਟ ਰਿਹਾ ਵਾਈਐਸ ਸਕੂਲ ਦਾ। ਉਹ ਤੋਂ ਬਾਅਦ ਮੈਂ ਇੰਜੀਨੀਅਰਿੰਗ ਕੀਤੀ, ਕੰਪਿਊਟਰ ਇੰਜੀਨੀਅਰਿੰਗ ਕੀਤੀ। ਫਿਰ IIT ਦਿੱਲੀ 'ਚੋਂ ਮੈਂ MBA ਕੀਤੀ। ਜੀ ਉਹ ਤੋਂ ਬਾਅਦ ਆਈ ਵਰਕ ਵਿਦ ਏਅਰਟੈਲ ਐਜ਼ ਨੈਸ਼ਨਲ ਮਾਰਕੀਟਿੰਗ ਮੈਨੇਜਰ, ਤੇ ਫਿਰ ਮੈਨੂੰ ਮੈਕੈਂਜੀ 'ਚ ਕੰਮ ਕਰਨ ਦਾ ਮੌਕਾ ਮਿਲਿਆ। ਹਾਂਜੀ ਤੇ ਅਲਟੀਮੇਟਲੀ ਮੈਨੂੰ ਐਂ ਲੱਗਿਆ ਕਿ ਜਦੋਂ ਮੈਨੂੰ ਸੰਸਥਾ ਨੇ ਵਾਪਸ ਬੁਲਾਇਆ, ਜਦੋਂ ਮੈਨੂੰ ਮੇਰੇ ਪਰਿਵਾਰ ਨੇ ਵਾਪਸ ਬੁਲਾਇਆ, ਜਦੋਂ ਮੈਨੂੰ ਮੇਰੇ ਪਰਿਵਾਰ ਨੂੰ ਮੇਰੀ ਲੋੜ ਸੀ, ਤਾਂ ਮੈਨੂੰ ਲੱਗਿਆ ਆਹ ਟਾਈਮ ਹੈ ਕਿ ਮੈਂ ਆਪਣੀ ਨੌਕਰੀ ਛੱਡਾਂ ਤੇ ਮੈਂ ਆਪਣੇ ਪਰਿਵਾਰ ਕੋਲ ਜਾਵਾਂ। ਬਿਲਕੁਲ। ਤੇ ਮੈਂ ਸਮਝਦਾ ਆਹੀ ਜਿਹੜੀਆਂ ਵੈਲਿਊਜ਼ ਨੇ ਐਜ਼ ਅ ਸਟੂਡੈਂਟ, ਆਹੀ ਮੈਂ ਵੈਲਿਊਜ਼ ਇਹ ਸੰਸਥਾ ਤੋਂ ਸਿੱਖੀਆਂ, ਇਹ ਸਕੂਲ ਤੋਂ ਸਿੱਖੀਆਂ
ਕਿ ਵੈਲਿਊਜ਼ ਉਹ ਨਹੀਂ, ਐਜੂਕੇਸ਼ਨ ਉਹ ਨਹੀਂ ਕਿ ਤੁਸੀਂ ਆਪਣੇ ਪੇਰੈਂਟਸ ਨੂੰ ਕਹੋ ਕਿ ਉਹ ਛੱਡ ਕੇ ਤੁਹਾਡੇ ਘਰ ਆ ਜਾਣ। ਵੈਲਿਊਜ਼ ਉਹ ਹੈ ਕਿ ਤੁਸੀਂ ਸ਼ਾਇਦ ਉਹਨਾਂ ਲਈ ਸੈਕਰੀਫਾਈਸ ਕਰ ਪਾਓ। ਬਿਲਕੁਲ। ਐਂਡ ਆਈ ਬਿਲੀਵ ਦਿਸ ਇਜ਼ ਵਟ ਆਈ ਹੈਵ ਡਨ। ਤੇ ਜਿੱਥੋਂ ਤੱਕ ਇਹ ਪਰਿਵਾਰ ਨਾਲ ਜੁੜਨ ਦੀ ਗੱਲ ਹੈ, ਵਾਈਐਸ ਨਾਲ ਜੁੜਨ ਦੀ ਗੱਲ ਹੈ, ਮੈਂ ਤਾਂ ਸ਼ਾਇਦ ਬਚਪਨ ਤੋਂ ਹੀ ਵਾਈਐਸ ਨਾਲ ਜੁੜਿਆ ਹੋਇਆ, ਪਹਿਲਾਂ ਐਜ਼ ਅ ਸਟੂਡੈਂਟ ਜੀ ਐਂਡ ਨਾਓ ਐਜ਼ ਅ ਡਾਇਰੈਕਟਰ। ਬਿਲਕੁਲ ਸਰ। ਦਿਸ ਇਜ਼ ਵਟ ਆਈ। ਤੁਸੀਂ ਬਚਪਨ ਤੋਂ ਹੀ ਇਸ ਦੇ ਨਬਜ਼ ਨੂੰ ਜਾਂਚਦੇ ਹੋ ਤੇ ਤੁਹਾਨੂੰ ਪਤਾ ਹੈ ਕਿ ਵਾਈਐਸ ਕੀ ਚਾਹੁੰਦਾ ਹੈ ਨਾ ਸਰ। ਸਰ ਜਦੋਂ ਤੁਸੀਂ ਦੱਸਿਆ ਸਾਨੂੰ ਵੀ 50 ਸਾਲ ਹੋ ਗਏ, 50 ਸਾਲ ਤੋਂ ਲਗਭਗ, ਤਾਂ ਉਸ ਵੇਲੇ ਜਦੋਂ ਦੋ ਬੱਚੇ ਸੀ, ਇੱਕ ਰੂਮ ਤੋਂ ਸਟਾਰਟ ਹੋਇਆ ਇਹ ਕਾਰਵਾਂ, ਤਾਂ ਉਸ ਵੇਲੇ ਬਰਨਾਲਾ ਵਾਸੀਆਂ ਦਾ ਤੇ ਸ਼ਹਿਰ ਵਾਸੀਆਂ ਦਾ ਕੀ ਸੀ, ਤੁਹਾਡੇ ਨਾਲ ਯੋਗਦਾਨ ਕੀ ਦਿੱਤਾ ਉਹਨਾਂ ਨੇ? ਤਾਂ ਜਿਹੜੀ ਸਾਰੀ ਸਫਲਤਾ ਹੈ ਨਾ, ਉਹ ਸਾਰੀ ਸਫਲਤਾ ਲੋਕਾਂ ਦੀ ਹੀ ਸਫਲਤਾ ਹੈ। ਬਿਲਕੁਲ। ਅਲਟੀਮੇਟਲੀ ਤਾਂ ਆਪਾਂ ਤਾਂ ਇੱਕ ਜ਼ਰੀਆ ਹਾਂ ਕਿ ਉਹਨਾਂ ਦਾ ਜਿਹੜਾ ਕੰਟਰੀਬਿਊਸ਼ਨ ਹੈ, ਲੋਕਾਂ ਦੀ ਕੰਟਰੀਬਿਊਸ਼ਨ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ। ਬਿਲਕੁਲ ਸਹੀ। ਹਾਲੇ ਤੱਕ ਮੇਰੇ ਖਿਆਲ 'ਚ 10,000 ਤੋਂ ਵੱਧ ਬੱਚੇ ਇਹ ਸੰਸਥਾ ਤੋਂ ਪੜ੍ਹ ਗਏ ਹੋਣਗੇ। ਕਿੰਨੇ ਐਸੇ ਬੱਚੇ ਹੈ ਜਿਹੜੇ ਕਿ IAS ਬਣੇ ਹੈ, ਕੋਈ IIT 'ਚ ਗਿਆ, ਕੋਈ ਡਾਕਟਰ ਬਣਿਆ, ਕੋਈ ਇੰਜੀਨੀਅਰ ਬਣਿਆ, ਕੋਈ ਕੁਝ ਬਣਿਆ, ਕੋਈ ਟੀਚਰ ਬਣਿਆ। ਤੇ ਮੈਂ ਸਮਝਦਾ ਸਭ ਤੋਂ ਵਧੀਆ ਜਿਹੜੀ ਗੱਲ ਹੈ, ਇਹ ਸੰਸਥਾ 'ਚੋਂ ਜ਼ਿਆਦਾਤਰ ਜਿਹੜੇ ਬੱਚੇ ਗਏ ਹੈ ਉਹ ਇੱਕ ਕਾਬਿਲ ਇਨਸਾਨ ਬਣੇ, ਐਸੇ ਸ਼ਖਸ ਬਣੇ ਹੈ ਜਿਹੜੇ ਐਟਲੀਸਟ ਆਪਣੀ ਜ਼ਿੰਦਗੀ 'ਚ ਖੁਸ਼ ਨੇ ਜੀ। ਤੇ ਆਹੀ ਇੱਕ ਸੰਸਥਾ ਦਾ ਕੰਟਰੀਬਿਊਸ਼ਨ ਹੈ। ਤਾਂ ਸੰਸਥਾ ਦਾ ਹੀ ਸਿਰਫ ਕੰਟਰੀਬਿਊਸ਼ਨ ਨਹੀਂ ਹੈ, ਸੰਸਥਾ ਬਣੀ ਜਿਹੜੀ ਹੈ ਉਹ ਕਿੰਨੇ ਹੀ ਲੋਕਾਂ ਨੇ ਹਾਲੇ ਤੱਕ ਕੰਟਰੀਬਿਊਟ ਕੀਤਾ, ਚਾਹੇ ਉਹ ਪੇਰੈਂਟਸ ਦੀ ਫਾਰਮ 'ਚ ਹੋਣ, ਚਾਹੇ ਉਹ ਬੱਚਿਆਂ ਦੀ ਫਾਰਮ 'ਚ ਹੋਣ, ਚਾਹੇ ਸ਼ਹਿਰ ਵਾਸੀਆਂ ਦੀ ਫਾਰਮ 'ਚ ਹੋਣ, ਚਾਹੇ ਟੀਚਰਸ ਦੀ ਫਾਰਮ 'ਚ ਹੋਣ। ਅਲਟੀਮੇਟਲੀ ਜਿਹੜੀ ਸੰਸਥਾ ਹੈ, ਆ ਇੱਕ ਪਰਿਵਾਰ ਦੀ ਸੰਸਥਾ ਨਹੀਂ ਹੈ, ਆ ਸੰਸਥਾ ਜਿਹੜੀ ਹੈ ਲੋਕਾਂ ਦੀ ਸੰਸਥਾ ਹੈ। ਐਂਡ ਸੰਸਥਾ ਵਿਲ ਆਲਵੇਜ਼ ਬੀ ਥੈਂਕਫੁਲ ਟੂ ਦ ਪੀਪਲ ਆਫ ਦਿਸ। ਬਿਲਕੁਲ ਸਰ। ਇੱਕ ਬੀਜ ਲਗਾਇਆ ਸੀ, ਫਿਰ ਉਹ ਬੂਟਾ ਬਣਿਆ ਤੇ ਅੱਜ ਉਹ ਵੱਟ ਵ੍ਰਿਕਸ਼ ਬਣ ਗਿਆ। ਜਿੱਦਾਂ ਸਰ ਇੱਕ ਮਾਲੀ ਆਪਣੇ ਪੌਦੇ ਨੂੰ ਪਾਣੀ ਦਿੰਦਾ ਹੈ, ਉਹਦਾ ਖਿਆਲ ਰੱਖਦਾ ਹੈ, ਸਾਂਭ ਸੰਭਾਲ ਕਰਦਾ ਹੈ, ਤਾਂ ਉਸ ਦੀ ਵੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਤਾਂ ਤੁਹਾਡੀ ਵੀ ਇਹੀ ਭੂਮਿਕਾ ਹੈ ਕਿ ਤੁਸੀਂ ਪੂਰੇ ਮਤਲਬ 4 ਕੈਂਪਸ ਨੂੰ ਮੈਨੇਜ ਕਰ ਰਹੇ ਹੋ। ਤਾਂ ਸਰ ਤੁਹਾਨੂੰ ਕਦੇ ਮੁਸ਼ਕਿਲ ਲੱਗਦਾ ਹੈ? ਮੈਨੂੰ ਲੱਗਦਾ ਕਿ ਮੁਸ਼ਕਿਲਾਂ ਉਦੋਂ ਆਸਾਨ ਹੋ ਜਾਂਦੀਆਂ ਨੇ ਜਦੋਂ ਲੋਕ ਤੁਹਾਨੂੰ ਸਾਥ ਦਿੰਦੇ। ਬਿਲਕੁਲ। ਸਾਡੀ ਟੀਮ ਇੰਨੀ ਵਧੀਆ ਹੈ, ਸਾਡੇ ਟੀਚਰਸ ਇੰਨੇ ਵਧੀਆ ਨੇ, ਸਾਰੇ ਐਡਮਿਨਿਸਟ੍ਰੇਟਰਸ ਇੰਨੇ ਵਧੀਆ ਨੇ, ਤੇ ਪੇਰੈਂਟਸ ਦਾ ਵੀ ਬਹੁਤ ਸਾਥ ਹੈ, ਲੋਕਾਂ ਦਾ ਵੀ ਬਹੁਤ ਸਾਥ ਹੈ। ਤੇ ਜਦੋਂ ਲੋਕਾਂ ਦਾ ਸਾਥ ਹੁੰਦਾ ਹੈ ਤਾਂ ਆਪਣੇ ਆਪ ਜਿਹੜੀ ਮੁਸ਼ਕਿਲਾਂ ਨੇ ਉਹ ਆਸਾਨ ਹੋ ਜਾਂਦੀਆਂ। ਤੇ ਦੂਸਰਾ ਮੈਨੂੰ ਲੱਗਦਾ ਹੈ ਕਿ ਆਹੀ ਤਾਂ ਅਸੀਂ ਬੱਚਿਆਂ ਨੂੰ ਸਿਖਾਉਂਦੇ ਹਾਂ ਕਿ ਮੁਸ਼ਕਿਲਾਂ ਆਉਣਗੀਆਂ ਤੇ ਮੁਸ਼ਕਿਲਾਂ ਨੂੰ ਪਾਰ ਕਿਵੇਂ ਕਰਨਾ ਹੈ। ਪਰਪਸ ਹੈ ਕਿ ਤੁਸੀਂ ਲਗਾਤਾਰ ਚੱਲਦੇ ਰਹੋ। ਹਾਂਜੀ। ਤੇ ਉਹ ਕਹਿੰਦੇ ਆ ਜੀ, ਇੱਕ ਚਾਈਨੀਜ਼ 'ਚ ਕਹਾਵਤ ਹੈ, ਜਰਨੀ ਆਫ 1000 ਮਾਈਲਸ ਸਟਾਰਟ ਵਿਦ ਅ ਸਿੰਗਲ ਸਟੈਪ। ਬਿਲਕੁਲ। ਕਿ ਇੱਕ ਇੱਕ ਪੈਰ ਅੱਗੇ ਅੱਗੇ ਵਧਾਉਂਦੇ ਰਹੋ, ਅਲਟੀਮੇਟਲੀ ਤੁਸੀਂ 1000 ਮੀਲ ਜਿਹੜਾ ਹੈ ਕਵਰ ਕਰ ਲਓਗੇ। ਹਾਂਜੀ। ਐਂਡ ਦਿਸ ਇਜ਼ ਵਾਟ ਦਿਸ ਆਰਗੇਨਾਈਜੇਸ਼ਨ ਇਜ਼ ਡੂਇੰਗ। ਹਰ ਰੋਜ਼ ਸਾਡਾ ਟੀਚਾ ਸਿਰਫ ਹੈ ਕਿ ਕੀ ਅਸੀਂ ਹਰ ਰੋਜ਼ ਆ ਕੇ ਬੱਚਿਆਂ ਨੂੰ ਸਮਾਈਲ ਦੇ ਸਕਦੇ ਹਾਂ, ਉਹਨਾਂ ਦੀ ਜ਼ਿੰਦਗੀ ਬਣਾ ਸਕਦੇ ਹਾਂ। ਤਾਂ ਅਸੀਂ ਇਨ ਜਨਰਲ ਕਹਿੰਦੇ ਹਾਂ ਕਿ ਸਾਡੀ ਸੰਸਥਾ 'ਚ 3500 ਬੱਚੇ ਨਹੀਂ ਪੜ੍ਹਦੇ, 3500 ਜ਼ਿੰਦਗੀਆਂ ਨੇ ਤੇ 3500 ਸਮਾਈਲਸ ਨੇ। ਮੇਰਾ ਪਰਪਸ ਹੈ ਹਰ ਬੱਚੇ ਨੂੰ ਹਰ ਰੋਜ਼ ਸਮਾਈਲ ਉਹਦੀ ਕ੍ਰੀਏਟ ਕਰਨਾ। ਬਹੁਤ ਚੰਗੀ ਗੱਲ ਦੱਸੀ ਸਰ ਤੁਸੀਂ ਕਿ ਮਤਲਬ 3500 ਬੱਚੇ, ਇੰਨੇ ਜਣਿਆਂ ਦਾ ਫੇਥ ਹੋਣਾ ਤੁਹਾਡੇ ਤੇ ਇੰਨੇ ਬੱਚਿਆਂ ਦੀ ਸਮਾਈਲ ਕ੍ਰੀਏਟ ਕਰਨੀ। ਅੱਜ 40 ਸਾਲ 50 ਸਾਲ ਤੋਂ ਲਗਭਗ ਤੁਸੀਂ ਕੰਮ ਕਰ ਰਹੇ ਹੋ ਤੇ ਇਸ ਦੌਰਾਨ ਕਾਫੀ ਔਂਕੜਾਂ ਆਈਆਂ ਹੋਣੀਆਂ, ਕਾਫੀ ਮੁਸ਼ਕਲਾਂ ਵੀ ਆਈਆਂ ਹੋਣੀਆਂ ਸਰ, ਕਿਉਂਕਿ ਕਹਿੰਦੇ ਆ ਨਾ ਵੀ ਸਕਸੈਸ ਦਾ ਜੋ ਰਾਸਤਾ ਹੁੰਦਾ ਆ ਉਹ ਆਸਾਨ ਨਹੀਂ ਹੁੰਦਾ। ਤਾਂ ਉਹਨਾਂ ਔਂਕੜਾਂ ਬਾਰੇ ਕੀ ਕਹਿਣਾ ਚਾਹੋਗੇ ਸਰ, ਵੀ ਕਿੰਨੀਆਂ ਕੁ ਮੁਸ਼ਕਲਾਂ ਤੁਹਾਨੂੰ ਚੱਲਣੀਆਂ ਪਈਆਂ? ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਇੱਕ ਛੋਟੀ ਜਿਹੀ ਕਹਾਣੀ ਦੇ ਥਰੂ ਆਹ ਦੱਸਣਾ ਚਾਹਾਂਗਾ। ਮੈਂ ਇੱਕ ਐਜੂਕੇਸ਼ਨਿਸਟ ਹਾਂ ਤਾਂ ਮੇਰੇ ਕੋਲ ਤਾਂ ਕਹਾਣੀਆਂ ਹੀ ਨੇ, ਮੇਰੇ ਕੋਲ ਤਾਂ ਗੱਲਾਂ ਹੀ ਨੇ। ਤਾਂ ਇੱਕ ਖਰਗੋਸ਼ ਤੇ ਕਛੂਏ ਦੀ ਤੁਸੀਂ ਕਹਾਣੀ ਸੁਣੀ ਹੋਏਗੀ। ਹਾਂਜੀ। ਤੇ ਮੈਨੂੰ ਐਂ ਦੱਸੋ ਫਿਰਦੋਸ਼, ਲੈਟ ਅਸ ਸਪੋਜ਼ ਤੁਸੀਂ ਇੱਕ ਸਾਈਕਲ ਤੇ ਜਾ ਰਹੇ ਹੋ, ਇੱਕ ਕਾਰ ਵਾਲਾ ਪਿੱਛੋਂ ਆਏ ਤੇ ਕਹੇ ਰੇਸ ਲਗਾਣੀ ਹੈ, ਤੁਸੀਂ ਕੀ ਕਹੋਗੇ? ਮੈਂ ਸਾਈਕਲ ਤੇ ਹਾਂ। ਤੁਸੀਂ ਸਾਈਕਲ ਤੇ ਹੋ, ਤੁਸੀਂ ਕਿਵੇਂ ਰੇਸ ਲਗਾ ਲੋਗੇ? ਹਾਂਜੀ। ਹੁਣ ਸੋਚੋ, ਕਛੂਆ ਹੌਲੀ ਹੌਲੀ ਚੱਲ ਰਿਹਾ ਹੋਏ, ਖਰਗੋਸ਼ ਆਇਆ ਹੋਏ ਕਿ ਰੇਸ ਲਗਾਣੀ ਹੈ, ਕਛੂਆ ਕਿਉਂ ਹਾਂ ਕਹੂਗਾ? ਹਾਂਜੀ ਬਿਲਕੁਲ। ਕਛੂਏ ਨੇ ਤਾਂ ਹਾਂ ਕਹੀ ਹੋਏਗੀ ਕਿਉਂਕਿ ਕਛੂਆ ਤਾਂ ਉਧਰਲੀ ਡਾਇਰੈਕਸ਼ਨ 'ਚ ਹੀ ਜਾ ਰਿਹਾ ਸੀ। ਕਛੂਏ ਨੇ ਸੀ, ਮੈਨੂੰ ਕੀ ਫਰਕ ਪੈਂਦਾ ਹੈ, ਮੈਂ ਤਾਂ ਇੱਧਰ ਹੀ ਜਾ ਰਿਹਾ, ਚਾਹੇ ਰੇਸ ਉਹ ਜਿੱਤੇ ਚਾਹੇ ਰੇਸ ਮੈਂ ਜਿੱਤਾਂ, ਅਲਟੀਮੇਟਲੀ ਮੇਰਾ ਕੰਮ ਹੈ ਆਪਣੀ ਚਾਲ ਚੱਲਦੀ ਰਹਿਣਾ। ਖਰਗੋਸ਼ ਆਈ ਜਾਣਗੇ, ਖਰਗੋਸ਼ ਜਾਈ ਜਾਣਗੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਜੇ ਖਰਗੋਸ਼, ਹੁਣ ਆਪਾਂ ਕਹਿੰਦੇ ਹਾਂ ਸਲੋ ਐਂਡ ਸਟੱਡੀ ਵਿਨ ਦ ਰੇਸ, ਕਿਉਂਕਿ ਖਰਗੋਸ਼ ਆ ਕੇ ਸੋ ਗਿਆ। ਜੇ ਖਰਗੋਸ਼ ਨਾ ਸੁਣਦਾ ਫਿਰ ਕੀ ਕਹਿੰਦੇ ਕਿ ਤੇਜ਼ ਭੱਜੋ ਤਾਂ ਜਿੱਤੋਗੇ। ਅਲਟੀਮੇਟਲੀ ਕਹਾਣੀ 'ਚ ਕਹਿਣਾ ਆ ਨਹੀਂ ਚਾਹੁੰਦੇ ਕਿ ਸਲੋ ਐਂਡ ਸਟੱਡੀ ਵਿਨ ਦ ਰੇਸ। ਇਹ ਕਹਾਣੀ 'ਚ ਇਹ ਕਹਿਣਾ ਚਾਹੁੰਦੇ ਕਿ ਜਿਹੜਾ ਤੁਸੀਂ ਕੋਈ ਵੀ ਪਾਥ ਚੂਜ਼ ਕੀਤਾ ਹੈ, ਬਸ ਲੀਡਰ ਹੋ ਕੇ ਆਰਾਮ ਨਾਲ ਉਸ ਪਾਥ ਤੇ ਚੱਲਦੇ ਰਹੋ ਤੇ ਸਕਸੈਸ ਆਪਣੇ ਆਪ ਮਿਲਦੀ ਰਹੇਗੀ। ਤੇ ਉਹ ਕਹਿੰਦੇ ਆ ਨਾ ਕਿ ਤੇਰਾ ਭਾਣਾ ਮਿੱਠਾ ਲੱਗੇ, ਤਾਂ ਅਸੀਂ ਸਮਝਦੇ ਹਾਂ ਕਿ ਜੋ ਵੀ ਰੱਬ ਨੇ ਦਿੱਤਾ, ਚਾਹੇ ਔਕੜਾਂ ਨੇ, ਚਾਹੇ ਸੁੱਖ ਹੈ, ਚਾਹੇ ਦੁੱਖ ਹੈ, ਸਭ ਕੁਝ ਉਹਦਾ ਭਾਣਾ ਹੈ।
ਤੇ ਜਿਹੜਾ ਉਹ ਦੇਈ ਜਾਂਦਾ ਹੈ that is acceptable to us। ਬਿਲਕੁਲ ਸਰ, ਤੁਹਾਡੀ ਇਸ ਸੋਚ ਕਰਕੇ ਇਸ ਸੰਸਥਾ ਨੂੰ ਇੰਨਾ ਮਤਲਬ ਵਾਧਾ 40 ਸਾਲ ਤੋਂ ਲਗਭਗ ਫੁੱਲ ਹੀ ਰਿਹਾ ਹੈ, ਫਲ ਫੁੱਲ ਹੀ ਰਿਹਾ ਹੈ, ਕਦੇ ਵੀ ਮਤਲਬ ਐਵੇਂ ਕਹਿੰਦੇ ਵੀ ਇਹਦਾ ਬਹਾਓ ਪਾਣੀ ਵਾਂਗ ਹੀ ਤੁਰ ਰਿਹਾ ਹੈ। ਤਾਂ ਸਰ ਜਿਵੇਂ ਕਿ ਇੱਕ ਪ੍ਰਬੰਧਕ ਦੀ ਜ਼ਿੰਮੇਵਾਰੀ ਹੁੰਦੀ ਹੈ ਉਸ ਨੂੰ ਲਗਾ ਦੇਣਾ, ਬਟ ਉਸ ਨੂੰ ਚੱਲਦੇ ਰਹਿਣ ਦੇ ਲਈ ਉੱਥੇ ਦੇ ਜਿਹੜੇ ਫੈਕਲਟੀ ਮੈਂਬਰਸ ਨੇ, ਟੀਚਰਸ ਨੇ ਜਾਂ ਫੋਰਥ ਸਟਾਫ ਹੈ, ਉਹਨਾਂ ਦਾ ਰੋਲ ਵੀ ਬਹੁਤ ਵੱਡਾ ਹੁੰਦਾ ਹੈ। ਤਾਂ ਉਸ ਦੇ ਰੋਲ ਬਾਰੇ ਕੀ ਕਹਿਣਾ ਚਾਹੋਗੇ, ਉਹਨਾਂ ਦੇ ਬਾਰੇ? ਮੈਂ ਸਮਝਦਾ ਕਿ ਇਸ ਟਾਈਮ ਤੇ ਸਾਡੇ ਕੋਲ 250 ਤੋਂ ਜ਼ਿਆਦਾ ਫੈਕਲਟੀ ਮੈਂਬਰਸ ਨੇ ਜੀ, ਤੇ ਇੱਕ ਫੈਕਲਟੀ ਮੈਂਬਰ, ਜਿਵੇਂ ਕਹਿੰਦੇ ਆ ਜੀ ਕਿ ਅਕਬਰ ਦੇ ਦਰਬਾਰ 'ਚ 9 ਰਤਨ ਸੀ, ਅਸੀਂ ਕਹਿੰਦੇ ਹਾਂ ਸਾਡੇ ਕੋਲ 250 ਰਤਨ ਹੈ। ਵਾਹ। ਸਾਡੀ ਕੋਸ਼ਿਸ਼ ਹੈ ਕਿ ਇੱਕ ਟੀਚਰ ਦਾ ਮਤਲਬ ਹੈ 100 ਜ਼ਿੰਦਗੀਆਂ, ਇੱਕ ਟੀਚਰ ਦਾ ਮਤਲਬ ਹੈ 100 ਬੱਚੇ। ਤਾਂ ਸੰਸਥਾ ਦੀ ਕੋਸ਼ਿਸ਼ ਹੈ ਕਿ ਹਰ ਇੱਕ ਟੀਚਰ ਜਿਹੜਾ ਹੈ ਉਹ ਬਹੁਤ ਵਧੀਆ ਤੋਂ ਵਧੀਆ ਹੋਵੇ। ਸੋ ਇਹਦੇ ਲਈ ਨੰਬਰ 1 ਅਸੀਂ ਰਿਕਰੂਟਮੈਂਟ ਬਹੁਤ ਕਰਦੇ ਹਾਂ। ਸਾਡਾ ਇਨ ਜਨਰਲ ਜੇ 60 ਅਸੀਂ ਟੀਚਰ ਦੀ ਇੰਟਰਵਿਊ ਕਰਦੇ ਹਾਂ ਤਾਂ ਉਹਨਾਂ 'ਚੋਂ ਇੱਕ ਸਾਡਾ ਟੀਚਰ ਸਿਲੈਕਟ ਹੁੰਦਾ। ਹਾਂਜੀ। YS ਗਰੁੱਪ ਨੇ 3 ਹੋਸਟਲ ਸ਼ੁਰੂ ਕੀਤੇ ਹੋਏ ਜਿਸ 'ਚ ਟੀਚਰ ਜਿਹੜੇ ਹੈ ਬਾਹਰਲੀ ਸਟੇਟਸ 'ਚੋਂ ਆ ਕੇ ਰੁਕੇ ਹੋਏ। ਆਹ ਸਾਰਾ ਕੁਛ ਤਾਂ ਕੀਤਾ ਹੋਇਆ ਤਾਂ ਕਿ ਬੱਚਿਆਂ ਨੂੰ ਵਧੀਆ ਕੁਆਲਿਟੀ ਦੇਈਏ। ਕਿੰਨੇ ਐਸੇ ਟੀਚਰਸ ਹੈ ਜਿਹੜੇ ਬਾਹਰਲੇ ਕੰਟਰੀਜ਼ ਤੋਂ ਆਏ ਹੋਏ ਹੈ ਤਾਂ ਕਿ ਬੱਚਿਆਂ ਨੂੰ ਵਧੀਆ ਕੁਆਲਿਟੀ ਦੇਈਏ। ਦੂਸਰਾ ਕਹਿੰਦੇ ਸਿਰਫ ਟੀਚਰ ਵਧੀਆ ਆਣੇ ਆ ਇਨਫ ਨਹੀਂ ਹੈ, ਉਹਨਾਂ ਨੂੰ ਟ੍ਰੇਨਿੰਗ ਦੇਣੀ ਬਹੁਤ ਜ਼ਰੂਰੀ ਹੈ। ਤਾਂ ਲਗਾਤਾਰ ਟੀਚਰਸ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਮੇਰੇ ਕੋਲ ਇੱਕ ਡੇਟਾ ਹੈ ਜਿਹਦੇ ਮੁਤਾਬਿਕ ਪਿਛਲੇ 4-5 ਵਰਿਆਂ 'ਚ ਅਸੀਂ ਤਕਰੀਬਨ 2500 ਤੋਂ ਵੱਧ ਵਾਰ ਟੀਚਰਸ ਨੂੰ ਟ੍ਰੇਨਿੰਗ ਦੇ ਚੁੱਕੇ। 2500 ਟੀਚਰ ਜਿਹੜੇ ਹੈ ਉਹ ਟ੍ਰੇਨ ਹੋ ਚੁੱਕੇ ਅਲੱਗ-ਅਲੱਗ ਟ੍ਰੇਨਿੰਗ 'ਚ। ਦੈਟ ਇਜ਼ ਵਾਟ ਵੀ ਡੂ। ਤੇ ਤੀਸਰਾ ਹੈ ਜੇ ਉਹਨੂੰ ਟ੍ਰੇਨਿੰਗ ਮਿਲ ਗਈ ਤੇ ਉਹ ਵਧੀਆ ਟੀਚਰ ਹੈ ਤਾਂ ਉਹ ਤੁਹਾਡੇ ਕੋਲ ਟਿਕਣ, ਉਹ ਜਾਣਨਾ। ਐਂਡ ਦੈਟ ਇਜ਼ ਵਾਟ ਵੀ ਟਰਾਈ ਕਿ ਅਸੀਂ ਇੱਕ ਐਸਾ ਮਾਹੌਲ ਕ੍ਰੀਏਟ ਕਰੀਏ ਜਿਸ 'ਚ ਟੀਚਰ ਕੰਟਰੀਬਿਊਟ ਵੀ ਕਰੇ ਤੇ ਟੀਚਰ ਸਿੱਖੇ ਵੀ। ਬਿਲਕੁਲ ਸਰ। ਤੇ ਮੈਨੂੰ ਲੱਗਦਾ ਟੀਮ ਬਹੁਤ ਜ਼ਿਆਦਾ ਵਧੀਆ ਹੈ ਤੇ ਕਿਉਂਕਿ ਆ ਵਧੀਆ ਟੀਮ ਹੈ ਤਾਂ ਹੀ ਸ਼ਾਇਦ ਬੱਚੇ ਜਿਹੜੇ ਹੈ ਉਹ ਇੱਕ ਕੌਨਫੀਡੈਂਟ ਤੇ ਵਧੀਆ ਬੱਚੇ ਬਣ ਗਏ। ਬਿਲਕੁਲ ਸਰ, ਇਸ ਕੁਆਂਟੀਟੀ ਦਾ ਰਾਜ਼ ਇਹ ਹੈ ਕਿ ਤੁਸੀਂ ਕੁਆਲਿਟੀ ਰੱਖਦੇ ਹੋ ਤੇ YS ਆਰਗੇਨਾਈਜੇਸ਼ਨ ਨੂੰ 50 ਸਾਲ ਤੋਂ ਇੰਨਾ ਖੁਸ਼ਨੁਮਾ ਮਾਹੌਲ ਦੇ ਰਹੇ ਹੋ। ਸਰ ਤੁਸੀਂ ਇੱਕ ਸਫਲ ਇਨਸਾਨ, ਸਕਸੈਸ ਹੋ ਚੁੱਕੇ ਹੋ, ਤਾਂ ਲੋਕ ਅਕਸਰ ਕਹਿੰਦੇ ਨੇ ਕਿ ਸਫਲ ਹੋਣ ਦੇ ਬਾਅਦ ਤੁਹਾਡੀ ਲਾਈਫ ਜੋ ਹੈ ਆਸਾਨ ਹੋ ਜਾਏਗੀ, ਕਾਫੀ ਅੱਛੀ ਹੋ ਜਾਏਗੀ। ਤਾਂ ਕੀ ਤੁਸੀਂ ਇਹੀ ਮੰਨਦੇ ਹੋ ਕਿ ਸਫਲਤਾ ਦੇ ਬਾਅਦ ਜ਼ਿੰਮੇਵਾਰੀਆਂ ਕਿਤੇ ਹੋਰ ਦੁੱਗਣੀਆਂ ਹੋ ਜਾਂਦੀਆਂ ਨੇ, ਆਸਾਨ ਹੋ ਜਾਂਦੇ ਨੇ ਰਾਸਤੇ, ਪਰ ਉਸ ਰਾਸਤਿਆਂ 'ਤੇ ਚੱਲਣਾ ਮੁਸ਼ਕਿਲ ਹੋ ਜਾਂਦਾ? ਕਿਉਂਕਿ ਸਰ ਤੁਸੀਂ ਆਪ ਹੀ ਦੱਸਿਆ ਕਿ 3500 ਬੱਚੇ ਨੇ, ਉਹਨਾਂ ਦਾ ਫੇਥ, ਉਹਨਾਂ ਦੇ ਘਰਦਿਆਂ ਦਾ ਫੇਥ, ਆਪਣੇ ਫੈਕਲਟੀ ਮੈਂਬਰਸ ਦਾ ਫੇਥ ਤੇ ਇੰਨੀਆਂ ਜ਼ਿੰਮੇਵਾਰੀਆਂ, ਕਿੱਦਾਂ ਸਭ ਕੁਝ ਮੈਨੇਜ ਕਰਦੇ ਹੋ? ਇੱਕ ਤਾਂ ਮੈਂ ਸਮਝਦਾ ਜਿਹੜੀ ਸਫਲਤਾ ਹੈ ਆ ਸਾਰੀ ਦਿਮਾਗ ਦੀ ਖੇਲ ਹੈ। ਬਿਲਕੁਲ। ਜੇ ਤੁਸੀਂ ਆਪਣਾ ਕੰਮ ਵਧੀਆ ਤਰੀਕੇ ਨਾਲ ਕਰੀ ਜਾਂਦੇ ਹੋ ਤਾਂ ਤੁਸੀਂ ਅੱਜ ਵੀ ਸਫਲ ਹੋ, ਯੈਸ। ਨੋ ਮੈਟਰ ਤੁਸੀਂ ਕਿੱਥੇ ਹੋ। ਜੇ ਤੁਸੀਂ ਵਧੀਆ ਇੰਟਰਵਿਊ ਲੈ ਰਹੇ ਹੋ ਤਾਂ ਤੁਸੀਂ ਅੱਜ ਸਫਲ ਹੋ। ਤੇ ਜੇ BBA ਨੈਟਵਰਕ ਇੰਨਾ ਵਧੀਆ ਕਰ ਰਿਹਾ ਹੈ ਤਾਂ ਮੈਂ ਸਮਝਦਾ BBA ਨੈਟਵਰਕ ਸਫਲ ਹੈ। ਇਸੇ ਤਰ੍ਹਾਂ ਨਾਲ YS ਗਰੁੱਪ ਦਾ ਵੀ ਹੈ ਕਿ YS ਗਰੁੱਪ ਦਾ ਪਰਪਸ ਜਾਂ ਮੇਰਾ ਪਰਪਸ ਹੈ ਕਿ ਅਸੀਂ ਤਾਂ ਆਪਣਾ ਕੰਮ ਕਰਦੇ ਰਹਿਣਾ ਹੈ ਤੇ ਮੈਂ ਸਮਝਦਾ ਜਿਹੜਾ ਆਪਣਾ ਕੰਮ ਕਰਦਾ ਰਹੇ ਦਿਲ ਨਾਲ 100% ਪੈਸ਼ਨ ਨਾਲ ਉਹ ਸਫਲ ਹੈ। ਦੂਸਰਾ ਇੱਕ ਬਹੁਤ ਵਧੀਆ ਗੱਲ ਕਹਿੰਦੇ ਹੈ ਕਿ ਦੋਨਾਂ 'ਚੋਂ ਇੱਕ ਚੀਜ਼ ਹੋਏਗੀ, ਜਾਂ ਤਾਂ ਪੈਸ਼ਨ ਹੋਏਗਾ ਜਾਂ ਪ੍ਰੈਸ਼ਰ ਹੋਏਗਾ। ਜੇ ਪੈਸ਼ਨ ਨਾਲ ਕੰਮ ਕਰੋਗੇ ਤਾਂ ਪ੍ਰੈਸ਼ਰ ਨਹੀਂ ਹੋਏਗਾ ਤੇ ਜੇ ਪ੍ਰੈਸ਼ਰ ਹੈ ਤਾਂ ਸਮਝੋ ਤੁਸੀਂ ਪੈਸ਼ਨ ਨਾਲ ਕੰਮ ਨਹੀਂ ਕਰ ਰਹੇ। ਬਿਲਕੁਲ ਨਹੀਂ। ਕਿਉਂਕਿ ਮੈਨੂੰ ਬਚਪਨ ਤੋਂ ਆਹੀ ਸਿਖਾਇਆ ਜਾਇਆ ਹੈ ਕਿ ਜਿਹੜਾ ਕਰੋ ਉਹ 100% ਕਰੋ ਤਾਂ ਦਿਸ ਇਜ਼ ਵਾਟ ਵੀ ਡੂ। ਤਾਂ ਮੈਨੂੰ ਲੱਗਦਾ ਪ੍ਰੈਸ਼ਰ ਸਾਨੂੰ ਫੀਲ ਨਹੀਂ ਹੁੰਦਾ। ਹਾਂਜੀ, ਤੁਸੀਂ ਜਿਹੜੀ ਡੈਡੀਕੇਸ਼ਨ ਦੀ ਗੱਲ ਕੀਤੀ, ਆਈ ਥਿੰਕ ਇਹ ਸਾਰਿਆਂ ਦੇ ਵਿੱਚ ਹੋਣੀ ਚਾਹੀਦੀ ਆ ਤਾਂ ਕਿ ਉਹਨੂੰ ਪ੍ਰੈਸ਼ਰ ਹੀ ਨਾ ਲੱਗੇ। ਬਹੁਤ ਚੰਗਾ ਲੱਗਿਆ ਸਰ। ਇਸੇ ਪ੍ਰੈਸ਼ਰ ਦੇ, ਇਸੇ ਪੈਸ਼ਨ ਦੇ ਨਾਲ ਤੁਹਾਡੇ ਕੋਲ ਜਿੰਨੇ ਵਿਦਿਆਰਥੀ ਨੇ ਉਹਨਾਂ ਦੇ ਵਿੱਚ ਕਈ ਵਿਦਿਆਰਥੀ ਪੁਲਿਸ ਵਿੱਚ, ਇੰਜੀਨੀਅਰ ਵਿੱਚ, ਡਾਕਟਰ, ਐਡਵੋਕੇਟ ਤੇ ਕਈ ਵਿਦਿਆਰਥੀ ਨੇ ਜਿਹੜੇ ਪੁਲਿਸ ਲਾਈਨ ਤੇ ਮਤਲਬ ਸਪੋਰਟਸ ਵਿੱਚ ਵੀ ਜਾ ਰਹੇ ਨੇਗੇ ਤੇ ਕਿ ਬਿਜ਼ਨਸ ਲਾਈਨ ਦੇ ਵਿੱਚ ਵੀ ਜਾ ਰਹੇ ਨੇ। ਇੰਨੇ ਮਤਲਬ ਨਾਮ ਨਾ ਖੱਟ ਰਹੇ ਨੇ ਕਿ ਆਪਣੇ ਉਸ ਖੇਤਰ ਦੇ ਵਿੱਚ ਇੰਨੇ ਬੱਚਿਆਂ ਨੂੰ YS ਆਰਗੇਨਾਈਜੇਸ਼ਨ ਨੇ ਮਤਲਬ ਸਪੋਰਟ ਕੀਤਾ, ਪੈਦਾ ਕੀਤਾ ਉਹਨਾਂ ਨੂੰ ਇੰਨਾ ਵੱਡੇ ਸੈਕਟਰ ਤੱਕ ਜਾਣ ਦਾ ਤੇ ਆਪਣਾ ਨਾਮ ਖੱਟਣ ਦਾ। ਤਾਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਮੈਂ ਸਮਝਦਾ ਕਿ ਬੱਚਿਆਂ ਨੇ ਇੱਕ ਤਾਂ ਬਹੁਤ ਵਧੀਆ ਕੰਮ ਕੀਤੇ ਹੈ ਤੇ ਉਹਨਾਂ ਦੇ ਟੀਚਰਸ ਨੇ ਉਹ ਜਿਵੇਂ ਕਹਿੰਦੇ ਆ ਨਾ ਕਿ ਅਰਜੁਨ ਤਾਂ ਬਣਿਆ ਕਿਉਂਕਿ ਦਰੋਣਾਚਾਰਿਆ ਸੀ। ਜੀ। ਜੇ ਦਰੋਣਾਚਾਰਿਆ ਨਾ ਹੁੰਦੇ ਤਾਂ ਅਰਜੁਨ ਨਾ ਹੁੰਦਾ। ਤਾਂ ਮੇਰੇ ਖਿਆਲ 'ਚ ਜਿਹੜੇ ਅੱਜ ਦੇ ਆਪਣੇ ਅਰਜੁਨ ਨੇ ਉਹਨਾਂ ਦੇ ਪਿੱਛੇ ਕਿਸੇ ਨਾ ਕਿਸੇ ਦਰੋਣਾਚਾਰਿਆ ਦਾ ਹੱਥ ਹੋਏਗਾ। ਤੇ ਜਿਹੜੇ ਜੇ ਮੈਂ ਅਰਜੁਨਾਂ ਦੀ ਗੱਲ ਕਰਾਂ ਤਾਂ IAS ਆਫਿਸਰ ਵੀ ਬਣੇ हैं ਬੱਚੇ ਇੱਥੋਂ, ਡਾਕਟਰਸ ਬਣੇ हैं, ਇੰਜੀਨੀਅਰਸ ਬਣੇ हैं, ਟੀਚਰਸ ਬਣੇ हैं, ਬਿਜ਼ਨਸਮੈਨ ਬਣੇ हैं। ਹਰ ਪ੍ਰੋਫੈਸ਼ਨ 'ਚ, ਹਰ ਖੇਤਰ 'ਚ ਬੱਚੇ ਗਏ। ਤੇ ਮੈਨੂੰ ਸਭ ਤੋਂ ਵੱਧ ਖੁਸ਼ੀ ਇਸ ਚੀਜ਼ ਦੀ ਹੋਏਗੀ ਕਿ ਪ੍ਰੋਫੈਸ਼ਨ ਤਾਂ ਫਿਰ ਵੀ ਚੱਲਦੇ ਰਹਿਣਗੇ, ਸਾਡਾ ਟੀਚਾ ਹੋਏਗਾ ਕਿ ਬੱਚਿਆਂ ਨੂੰ ਇੱਕ ਚੰਗਾ ਇਨਸਾਨ ਬਣਾਉਣਾ। ਬਿਲਕੁਲ। ਜੇ ਮੇਰਾ ਬੱਚਾ ਇੱਕ ਵਧੀਆ ਸਿਟੀਜ਼ਨ ਬਣਦਾ ਹੈ ਤਾਂ ਮੈਂ ਸਮਝਦਾ
ਕਿ ਮੈਂ ਆਪਣਾ ਕੰਮ ਇੱਕ ਬਾਖੂਬੀ ਤਰੀਕੇ ਨਾਲ ਨਿਭਾਇਆ। ਬਿਲਕੁਲ ਸਰ, ਤੁਸੀਂ ਬੱਚਿਆਂ ਦੇ ਐਥਿਕਸ ਤੇ ਵੀ ਧਿਆਨ ਦਿੰਦੇ ਹੋ ਤਾਂ ਕਿ ਉਹ ਸੁਸਾਇਟੀ ਵਿੱਚ ਜਾ ਕੇ ਕਿਤੇ ਮਿਸਫਿਟ ਨਾ ਹੋਵੇ, ਹੈ ਨਾ। ਉਹਦੀ ਇੱਦਾਂ ਤੱਕ ਗਰੂਮਿੰਗ ਕਰ ਦਿੰਦੇ ਹੋ ਕਿ ਹਾਂ ਉਸਨੂੰ ਲੱਗਣ ਲੱਗ ਜਾਂਦਾ, ਜਿੱਦਾਂ ਤੁਸੀਂ ਇੱਕ ਸਮਾਈਲ ਦੀ ਗੱਲ ਕੀਤੀ। ਇੰਨੀਆਂ ਗੱਲਾਂ ਹੋ ਗਈਆਂ ਸਾਡੀਆਂ ਸਰ, ਬਟ ਅਖੀਰ ਦੇ ਵਿੱਚ ਮੈਂ ਤੁਹਾਡੇ ਤੋਂ ਇੱਕ ਮੈਸੇਜ ਦੇ ਲਈ ਕਹਿਣਾ ਚਾਹੂੰਗੀ ਕਿ ਤੁਸੀਂ ਕੀ ਮੈਸੇਜ ਦਿੰਦੇ ਹੋ ਉਹਨਾਂ ਲੋਕਾਂ ਨੂੰ, ਕਿਸੇ ਪਰਿਵਾਰ ਨੂੰ ਜਾਂ ਉਸ ਇਨਸਾਨ ਨੂੰ ਜੋ ਹਾਲੇ ਵੀ ਸਕਸੈਸ ਹੋਣ ਦੇ ਮਤਲਬ ਜਿਹੜੀਆਂ ਪੌੜੀਆਂ ਨੇ ਉਸਦੇ ਆਉਣ ਵਿੱਚ ਔਂਕੜਾਂ ਤੋਂ ਡਰ ਰਿਹਾ ਗਾ, ਉਸ ਰਾਸਤੇ ਤੋਂ ਡਰ ਰਿਹਾ ਕਿ ਇਸ ਵਿੱਚ ਮੈਨੂੰ ਬਹੁਤ ਔਂਕੜਾਂ ਆਉਣੀਆਂ ਨੇ ਤੇ ਸਕਸੈਸ ਤੋਂ ਪਿੱਛੇ ਪਿੱਛੇ ਜਾ ਰਿਹਾ, ਤਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੇਰੇ ਖਿਆਲ 'ਚ ਤਾਂ ਜਾਂ ਤਾਂ ਡਰ ਹੋਊਗਾ ਜਾਂ ਸਕਸੈਸ ਹੋਊਗੀ, ਦੋਨਾਂ 'ਚੋਂ ਇੱਕ ਚੀਜ਼ ਚੁਣਨੀ ਪਏਗੀ। ਬਿਲਕੁਲ। ਤੇ ਜਿੱਥੇ ਡਰ ਖਤਮ ਉੱਥੇ ਸਕਸੈਸ ਆਪਣੇ ਆਪ ਆ ਜਾਏ। ਦੂਸਰਾ ਉਹ ਕਹਿੰਦੇ ਹੈ ਕਿ ਆਪਾਂ ਦੇਖੋ ਜੇ ਘਰ 'ਚ ਇੱਕ ਕਮਰੇ 'ਚ ਜਾਈਏ ਰਾਤ ਨੂੰ ਜਿੱਥੇ ਹਨੇਰਾ ਹੋਏ, ਉਹੀ ਕਮਰਾ ਉੱਥੇ ਡਰ ਲੱਗਦਾ। ਜਦੋਂ ਲਾਈਟ ਔਨ ਕਰ ਦਈਏ ਉਸੇ ਕਮਰੇ 'ਚ ਡਰ ਖਤਮ ਹੋ ਜਾਂਦਾ। ਬਿਲਕੁਲ। ਹੁੰਦਾ ਕੀ ਹੈ? ਹੁੰਦਾ ਅਸੀਂ ਕਹਿੰਦੇ ਹਾਂ ਅਨਨੋਨ ਤੋਂ ਬੰਦਾ ਨੋਨ ਕਰਨੀ ਚਾਹੀਦਾ। ਇਸੇ ਤਰੀਕੇ ਨਾਲ ਜਿਹੜਾ ਬੰਦਾ ਮਿਹਨਤ ਕਰਦਾ ਹੈ, ਜਿਹੜਾ ਬੰਦਾ ਲਗਾਤਾਰ ਆਪਣਾ ਕੰਮ ਕਰਦਾ ਹੈ, ਉਹ ਅਲਟੀਮੇਟਲੀ ਅਨਨੋਨ ਤੋਂ ਨੋਨ ਦੀ ਤਰਫ ਚਲਾ ਜਾਂਦਾ। ਤੇ ਜਦੋਂ ਚੀਜ਼ ਸਮਝ ਆਉਣ ਲੱਗ ਜਾਂਦੀ ਹੈ, ਜਦੋਂ ਚੀਜ਼ ਵਾਕਈ 'ਚ ਪੈਸ਼ਨ ਬਣ ਜਾਂਦੀ ਹੈ, ਜਦੋਂ ਚੀਜ਼ 'ਚ ਮਜ਼ਾ ਆਉਣ ਲੱਗ ਜਾਂਦਾ ਹੈ, ਤਾਂ ਸਕਸੈਸ ਆਪਣੇ ਆਪ ਤੁਹਾਡੇ ਕੰਨੀ ਆ ਜਾਂਦੀ ਹੈ। ਜੀ ਅੱਛਾ ਸਰ, ਇੱਕ ਚੀਜ਼ ਹੋਰ ਕਿ ਅਸੀਂ ਹਮੇਸ਼ਾ ਸੁਣਿਆ, ਇਹ ਹਰ ਇੱਕ ਨੇ ਸੁਣਿਆ ਹੋਣਾ ਕਿ ਇੱਕ ਸਲੋਗਨ ਹੈ ਵਾਈਐਸ ਹਮੇਸ਼ਾ 2 ਕਦਮ ਆਗੇ, ਤਾਂ ਇਸ 2 ਕਦਮ ਆਗੇ ਦੀ ਕੀ ਗੱਲ ਹੈ ਤੇ ਕੀ ਸੋਚ ਕੇ ਰੱਖਿਆ ਸੀ ਤੇ ਇਸ ਦੇ ਪਿੱਛੇ ਦਾ ਰਾਜ਼ ਕੀ ਹੈ? ਮੇਰੇ ਖਿਆਲ 'ਚ ਜਦੋਂ ਤੱਕ ਐਜੂਕੇਸ਼ਨਲ ਇੰਸਟੀਟਿਊਟਸ ਦੀ ਗੱਲ ਹੈ, ਉਹ 2 ਕਦਮ ਅੱਗੇ ਹੋਣੇ ਹੀ ਚਾਹੀਦੇ ਹੈ, ਕਿਉਂਕਿ ਉਹਨਾਂ ਨੂੰ ਬੱਚਿਆਂ ਨੂੰ ਫਿਊਚਰ ਲਈ ਤਿਆਰ ਕਰਨਾ ਹੈ। ਹੁਣ ਦੇਖੋ ਜੇ ਮੈਂ +1 +2 ਦੀ ਗੱਲ ਕਰਾਂ ਤਾਂ +1 +2 'ਚ ਆਪਣੇ ਕੋਲ ਕਈ ਐਸੇ ਕੋਰਸਿਸ ਚੱਲ ਰਹੇ ਨੇ। ਹੁਣ ਵੀ ਹੈਵ ਡਿਫਰੈਂਟ ਕੋਰਸ ਫਾਰ IIT JEE, ਵੀ ਹੈਵ ਡਿਫਰੈਂਟ ਕੋਰਸ ਫਾਰ NEET, ਵੀ ਹੈਵ ਡਿਫਰੈਂਟ ਕੋਰਸ ਫਾਰ CPT ਜਿਹੜੇ ਕਿ ਜਿਨ੍ਹਾਂ ਨੇ ਕਮਰਸ ਦਾ ਹੈ, ਵੀ ਹੈਵ ਡਿਫਰੈਂਟ ਕੋਰਸ ਫਾਰ ਲਾਅ, ਵੀ ਹੈਵ ਡਿਫਰੈਂਟ ਕੋਰਸ ਫਾਰ UPSC, ਕਿਉਂਕਿ ਆਹ ਸਾਰੇ ਕੋਰਸਿਸ ਦੀ ਲੋੜ ਹੈ ਤਾਂ ਕਿ ਬੱਚੇ ਜਿਹੜੇ ਹੈ ਉਹ 2 ਕਦਮ ਅੱਗੇ ਰਹਿਣ। ਤੇ ਜੇ ਮੇਰੇ ਬੱਚੇ 2 ਕਦਮ ਅੱਗੇ ਨੇ ਤਾਂ ਵਾਈਐਸ ਆਪਣੇ ਆਪ ਹੀ 2 ਕਦਮ ਅੱਗੇ। ਬਿਲਕੁਲ, ਬਹੁਤ ਹੀ ਸੋਹਣੀ ਗੱਲ ਕਹੀ ਹੈ ਸਰ ਕਿ ਵਾਈਐਸ ਆਪਣੇ ਬੱਚਿਆਂ ਦੇ ਨਾਲ ਹੀ 2 ਕਦਮ ਅੱਗੇ। ਬਹੁਤ ਬਹੁਤ ਸ਼ੁਕਰੀਆ ਸਰ ਇੰਨਾ ਵਕਤ ਦੇਣ ਦੇ ਲਈ। ਅਖੀਰ ਦੇ ਵਿੱਚ ਸਰ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਅਸੀਂ ਆਪਣੇ ਵੱਲੋਂ ਤਾਂ ਸਾਰੇ ਸਵਾਲ ਕਰ ਲਏ ਤੇ ਆਈ ਹੋਪ ਕਿ ਤੁਹਾਡੇ ਮਾਈਂਡ ਦੇ ਵਿੱਚ ਵੀ ਸਾਰੇ ਜਵਾਬ ਹੋ ਗਏ ਹੋਣਗੇ, ਪਰ ਕਿਸੇ ਅਜਿਹੇ ਸਵਾਲ ਤੋਂ ਜਿਸ ਤੋਂ ਅਸੀਂ ਉਲਝਣ ਰਹਿ ਗਏ ਹੋਈਏ ਜਾਂ ਅਸੀਂ ਪਹੁੰਚ ਨਾ ਪਾਈਏ ਤਾਂ ਪਹੁੰਚ ਨਾ ਸਕਦੇ ਹੋਈਏ, ਤਾਂ ਉਸ ਗੱਲ ਨੂੰ ਤੇ ਉਸ ਜਵਾਬ ਨੂੰ ਤੁਸੀਂ ਦੱਸਣਾ ਚਾਹੁੰਦੇ ਹੋ, ਕੋਈ ਹੋਰ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਇੱਕ ਜ਼ਰੂਰ ਮੈਸੇਜ ਦੇਣਾ ਚਾਹਾਂਗਾ। ਇੱਕ ਤਾਂ ਮੈਸੇਜ ਮੈਂ ਬੱਚਿਆਂ ਨੂੰ ਦੇਣਾ ਚਾਹਾਂਗਾ, ਉਹੀ ਜਿਵੇਂ ਮੈਂ ਕਿਹਾ ਸੀ ਕਿ ਅਰਜੁਨ ਦਾ ਬਣਦਾ ਹੈ ਜੇ ਦਰੋਣਾਚਾਰਿਆ ਹੋਏ, ਤੇ ਦਰੋਣਾਚਾਰਿਆ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਦਿਲ 'ਚ ਟੀਚਰਸ ਲਈ ਰਿਕਾਰਡ ਹੋਏ। ਤਾਂ ਮੈਂ ਬੱਚਿਆਂ ਨੂੰ ਕਹਿਣਾ ਚਾਹੂੰਗਾ ਕਿ ਜੇ ਅਰਜੁਨ ਬਣਨਾ ਨਾ ਤਾਂ ਦਰੋਣਾਚਾਰਿਆ ਨੂੰ ਜ਼ਰੂਰ ਲੱਭੋ ਤੇ ਉਹਨਾਂ ਦਾ ਰਿਕਾਰਡ ਕਰੋ, ਤਾਂ ਹੀ ਤੁਸੀਂ ਉਹ ਬਣ ਸਕਦੇ ਹੋ। ਦੂਸਰਾ ਮੈਂ ਟੀਚਰਸ ਨੂੰ ਵੀ ਕਹਿਣਾ ਚਾਹਾਂਗਾ ਕਿ ਦਰੋਣਾਚਾਰਿਆ ਦੀ ਵੈਲਿਊ ਵੀ ਤਾਂ ਹੈ ਕਿਉਂਕਿ ਉਹਨਾਂ ਨੇ ਅਰਜੁਨ ਬਣਾਇਆ। ਜੇ ਅਰਜੁਨ ਖਤਮ ਕਰ ਦਈਏ ਤਾਂ ਮਹਾਭਾਰਤ 'ਚ ਦਰੋਣਾਚਾਰਿਆ ਵੀ ਸ਼ਾਇਦ ਉਹਨਾਂ ਨੂੰ ਕੋਈ ਪੁੱਛੇਗਾ ਨਹੀਂ, ਉਹਨਾਂ ਦੀ ਕੋਈ ਵੈਲਿਊ ਨਹੀਂ ਹੋਏਗੀ। ਉਹਨਾਂ ਦੀ ਵੈਲਿਊ ਹੀ ਅਰਜੁਨ ਕਰਕੇ ਸੀ। ਇਸ ਲਈ ਜਿਹੜੇ ਟੀਚਰਸ ਹੈ, ਟੀਚਰਸ ਵੀ ਤਾਂ ਹੀ ਕਾਮਯਾਬ ਹੈ ਜੇ ਟੀਚਰਸ ਵਾਕਈ ਬੱਚਿਆਂ 'ਤੇ ਮਿਹਨਤ ਕਰਨ। ਜੇ ਮੈਂ ਟੀਚਰ ਸਿਰਫ ਮਹਿਜ਼ ਰਟਾਈ ਚੱਲੇ ਬੱਚਿਆਂ ਨੂੰ, ਸਿਰਫ ਲਿਖਾਈ ਚੱਲੇ ਬੱਚਿਆਂ ਨੂੰ, ਯਾਦ ਕਰਾਈ ਚੱਲੇ ਬੱਚਿਆਂ ਨੂੰ, ਫਿਰ ਉਹ ਟੀਚਰ ਜਿਹੜਾ ਹੈ ਦਰੋਣਾਚਾਰਿਆ ਨਹੀਂ ਬਣਦਾ। ਬਿਲਕੁਲ। ਤਾਂ ਟੀਚਰ ਦਾ ਫਰਜ਼ ਬਣਦਾ ਹੈ ਕਿ ਟੀਚਰ ਵੀ ਬੱਚਿਆਂ 'ਤੇ ਮਿਹਨਤ ਕਰੇ ਤੇ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੀ ਆਪਣੇ 'ਤੇ ਮਿਹਨਤ ਕਰਨ ਤੇ ਟੀਚਰ ਦੀ ਰਿਸਪੈਕਟ ਕਰਨ। ਤੇ ਮੇਰੇ ਖਿਆਲ 'ਚ ਜੇ ਆਹ ਦੋਨੇ ਚੀਜ਼ਾਂ ਨੇ ਤਾਂ ਬੱਚਿਆਂ ਦੀ ਵੀ ਸਕਸੈਸ ਹੈ ਤੇ ਟੀਚਰ ਦੀ ਵੀ ਸਕਸੈਸ। ਥੈਂਕ ਯੂ ਸਰ, ਥੈਂਕ ਯੂ ਤੁਹਾਡਾ ਇਸ ਖੁਸ਼ਮਿਜ਼ਾਜੀ ਇਹ ਖੁਸ਼ਨੁਮਾ ਤੁਹਾਡਾ ਰੂਪ ਦੇਖ ਕੇ ਤੇ ਇਸ ਵਾਈਐਸ ਆਰਗੇਨਾਈਜੇਸ਼ਨ ਦੇ ਪਿੱਛੇ 50 ਸਾਲ ਦੇ ਇਸ ਵਾਧੇ ਪਿੱਛੇ ਮਤਲਬ ਲਗਾਤਾਰ ਵਾਧੇ ਪਿੱਛੇ ਰਾਜ਼ ਜਾਣ ਕੇ ਬਹੁਤ ਬਹੁਤ ਸ਼ੁਕਰੀਆ BVN ਨੈਟਵਰਕ ਵੱਲੋਂ ਤੁਹਾਨੂੰ। ਤੇ BVN ਨੈਟਵਰਕ ਪੰਜਾਬ ਦੀ ਹਮੇਸ਼ਾ ਤੋਂ ਇਹੀ ਪਹਿਲ ਰਹਿੰਦੀ ਹੈ ਕਿ ਤੁਹਾਡੇ ਤੋਂ ਅਜਿਹੀਆਂ ਸ਼ਖਸੀਅਤਾਂ ਨਾਲ ਮੁਲਾਕਾਤ ਕਰਵਾਈਏ ਜੋ ਹਮੇਸ਼ਾ ਸਫਲ ਰਹਿ ਚੁੱਕੇ ਹਨ, ਤਾਂ ਕਿ ਤੁਹਾਨੂੰ ਉਹਨਾਂ ਤੋਂ ਇੰਸਪਾਇਰ ਹੋ ਸਕੋ, ਉਹਨਾਂ ਤੋਂ ਕੋਈ ਨੌਲੇਜ ਲੈ ਸਕੋ ਤੇ ਉਹਨਾਂ ਤੋਂ ਮੋਟੀਵੇਟ ਹੋ ਸਕੋ। ਮੈਂ ਐਂਕਰ ਫਿਰਦੌਸ ਯਾਸਮੀਨ, ਕੈਮਰਾ ਪਰਸਨ ਗੁਰਵਿੰਦਰ ਦੇ ਨਾਲ।